हेलो वेलकम टू द ग्रेड 10 स्टूडेंट्स। ਬੱਚੋ ਮੈਨੂੰ ਕਾਫੀ ਮੈਸੇजेस ਆਏ ਰਿਗਾਰਡਿੰਗ ਕਿ ਗ੍ਰੇਡ 10 ਦੇ ਲਈ 10th ਕਲਾਸ ਦੇ ਲਈ ਵੀ ਤੁਸੀਂ ਆਪਣੇ ਲੈਕਚਰ ਪਾਉਣੇ ਸ਼ੁਰੂ ਕਰੋ। ਤਾਂ ਮੈਂ ਹੋਪਫੁਲੀ ਅੱਜ ਮੈਂ ਸਟਾਰਟ ਕਰ ਲਿਆ। ਤਾਂ ਅੱਜ ਤੁਹਾਡਾ ਪਹਿਲਾ ਲੈਕਚਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂਗਾ, ਕਰੰਟ ਇਲੈਕਟ੍ਰਿਸਿਟੀ ਦਾ ਟੌਪਿਕ। ਠੀਕ ਹੈ, ਤੁਸੀਂ ਇਹਨੂੰ ਵੀਡੀਓ ਨੂੰ ਥੋਰਲੀ ਦੇਖਣਾਗਾ। ਮੈਂ 2 ਜਾਂ 3 ਲੈਕਚਰ ਦੇ ਵਿੱਚ ਇਹ ਯੂਨਿਟ ਜਿਹੜਾ ਗਾ ਤੁਹਾਡਾ ਕਰੰਟ ਇਲੈਕਟ੍ਰਿਸਿਟੀ ਦਾ ਕੰਪਲੀਟ ਕਰੂੰਗਾ ਐਂਡ ਦੈਟ ਵਿਲ ਇਨਕਲੂਡ ਨੂਮੈਰੀਕਲ ਕਨਸੈਪਚੁਅਲ ਪ੍ਰੋਬਲਮਸ ਐਂਡ NTSC। ਠੀਕ ਹੈ, ਕਿਉਂਕਿ ਉਹਦੇ ਲਈ ਮੈਂ ਜ਼ਿਆਦਾ ਕਰ ਰਿਹਾ ਗਾ ਨਾਲ ਇਹਦੇ, ਤਾਂ ਕਿ ਤੁਹਾਡੇ ਕਨਸੈਪਟ ਤੇ ਨੂਮੈਰੀਕਲ ਜਿਹੜੇ ਨੇ ਉਹ ਜ਼ਿਆਦਾ ਬੈਟਰ ਹੋਰ ਕਲੀਅਰ ਹੋ ਜਾਣ। ਠੀਕ ਹੈ, ਤੁਸੀਂ ਕਮੈਂਟ ਸੈਕਸ਼ਨ 'ਚ ਵੀ ਮੇਰੇ ਨਾਲ ਦੱਸਣਾਗਾ, ਆਪਣੇ ਥਾਟ ਦੇਣੇ ਨੇ ਜੋ ਵੀ ਤੁਸੀਂ ਇਸ ਵੀਡੀਓ ਤੋਂ ਦੇਖਿਆ ਲਰਨ ਕੀਤਾ। ਤੇ ਮੇਰਾ ਜਿਹੜਾ WhatsApp ਨੰਬਰ ਆ 9876632512, ਤੁਸੀਂ ਉਹਦੇ 'ਤੇ ਮੈਨੂੰ WhatsApp ਕਰ ਸਕਦੇ ਹੋ। ਠੀਕ ਹੈ, ਮੇਕ ਸ਼ੋਰ ਤੁਸੀਂ ਬਾਕੀ ਬੱਚਿਆਂ ਦੇ ਨਾਲ ਵੀ ਸ਼ੇਅਰ ਕਰੋ। ਡਜ਼ਨਟ ਮੈਟਰ ਉਹ ਤੁਹਾਡੇ ਸਕੂਲ ਦੇ ਨੇ ਜਾਂ ਨਹੀਂ, ਤੁਹਾਡੇ ਫਰੈਂਡ ਸਰਕਲ 'ਚ ਨੇ, ਫਾਰਵਰਡ ਕਰੋ ਉਹਨਾਂ ਨਾਲ ਅਤੇ ਉਹਨਾਂ ਨਾਲ ਸ਼ੇਅਰ ਕਰੋ। ਉਹਨਾਂ ਨੂੰ ਕੋਸ਼ਿਸ਼ ਕਰੋ ਵੀ ਸਬਸਕ੍ਰਾਈਬ ਕਰਨ ਦੀ। ਠੀਕ ਹੈ, ਅਤੇ ਬੈਲ ਆਈਕਨ ਬਟਨ ਦਬਣ ਦੀ, ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਲੇਟੈਸਟ ਜੋ ਵੀ ਹੋਊ ਅਪਡੇਟ ਹੁੰਦੀ ਰਹੇ। ਜੋ ਵੀ ਉਹਦਾ ਪ੍ਰੀਮੀਅਰ ਹੋਊਗਾ ਤੁਹਾਡੇ ਕੋਲ ਟਾਈਮਿੰਗ ਆ ਜਾਇਆ ਕਰੂ ਵੀ ਇੰਨੇ ਵਜੇ ਸਟਾਰਟ ਹੋਣੀ ਹੈ ਵੀਡੀਓ, ਤਾਂ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਵੀ ਕਿਵੇਂ ਸਟਾਰਟ ਹੋਊਗੀ। ਠੀਕ ਹੈ, ਅਤੇ ਬਾਕੀ ਇਹਦੇ ਲਈ ਮੇਰੇ ਸਟੇਟਸ ਨੂੰ ਅਪਡੇਟ ਦੇਖਦੇ ਰਹੋ। ਜਿਹੜਾ ਮੈਂ WhatsApp ਦੇ ਉੱਪਰ ਪਾਉਣਾ ਹੁੰਦਾ ਗਾ ਉਹ ਮੈਂ ਇਸੇ ਰਿਗਾਰਡਿੰਗ ਹੀ ਪਾਉਣਾ ਹੁੰਦਾ, ਤਾਂ ਕਿ ਅਪਡੇਟ ਹੁੰਦਾ ਰਹੇ। ਤਾਂ ਤੁਸੀਂ ਜੁੜ ਜਾਓ, ਮੇਰਾ ਨੰਬਰ ਸੇਵ ਕਰ ਲਿਓ WhatsApp ਦਾ 9876632512। ਠੀਕ ਹੈ, ਓਕੇ, ਸੋ ਲੈਟਸ ਗੈਟ ਸਟਾਰਟਡ। ਅੱਜ ਦਾ ਟੌਪਿਕ ਹੈ ਕਰੰਟ ਇਲੈਕਟ੍ਰਿਸਿਟੀ। ਹੈਲੋ ਡੀਅਰ ਸਟੂਡੈਂਟਸ, ਕਲਾਸ 10th ਲਈ ਇਹ ਅੱਜ ਦਾ ਲੈਕਚਰ ਹੈਗਾ, ਅਤੇ ਇਹਦੇ ਵਿੱਚ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂਗੇ ਕਰੰਟ ਇਲੈਕਟ੍ਰਿਸਿਟੀ। ਅਤੇ ਮੈਂ ਇਹਦੇ ਵਿੱਚ ਇੱਥੇ ਲਿਖ ਵੀ ਦਿੱਤਾ ਸਪੈਸ਼ਲੀ NTSC। ਸੋ ਮੇਰਾ ਜਿਹੜਾ ਫੋਕਸ ਆ ਮੇਨ, ਉਹ ਇਕੱਲਾ ਤੁਹਾਡਾ ਪੇਪਰ ਨਹੀਂ ਕਰੈਕ ਕਰਨਾ ਨਹੀਂ ਹੈਗਾ ਗਾ, NTSC ਦੇ ਲਈ ਵੀ ਅਸੀਂ ਤੁਹਾਡੇ ਲਈ ਪ੍ਰਪੇਅਰ ਕਰਨਾ ਤੁਹਾਨੂੰ, ਤਾਂ ਕਿ ਤੁਸੀਂ ਪੇਪਰ ਹੋਵੇ ਨਾ ਹੋਵੇ ਡਜ਼ਨਟ ਮੈਟਰ, ਹੈ ਨਾ, ਪੈਨੇਡੈਮਿਕ ਦੇ ਵਿੱਚ ਜੋ ਵੀ ਹੋਵੇ, ਪਰ ਇਹ ਆ ਵੀ ਆਪਾਂ ਪ੍ਰਪੇਅਰ ਹੋਣਾ ਗਾ। ਠੀਕ ਹੈ, ਤਾਂ NTSC ਦੇ ਲਈ ਜਿਹੜਾ ਉਹ ਐਗਜ਼ਾਮ ਹੋਣਾ ਗਾ, ਉਹਦੇ ਲਈ ਵੀ ਮੈਂ ਨਾਲ ਤੁਹਾਨੂੰ ਨੂਮੈਰੀਕਲ ਪ੍ਰੋਬਲਮ ਅਤੇ ਕਨਸੈਪਚੁਅਲ ਪ੍ਰੋਬਲਮ ਡਿਸਕਸ ਕਰੂੰਗਾ। ਕਰੰਟ ਇਲੈਕਟ੍ਰਿਸਿਟੀ ਜਿਹੜਾ ਚੈਪਟਰ ਆ, ਇਹਨੂੰ ਸਟਾਰਟ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਬੇਸਿਕ ਪਾਰਟ ਹੈਗਾ ਉਹ ਹੈਗਾ ਗਾ ਚਾਰਜ। ਚਾਰਜ ਜਿਹੜਾ ਅਸੀਂ ਕਰੰਟ ਦੇ ਕਰਕੇ ਇਨਵੋਲਵਮੈਂਟ ਲਵਾਂਗੇ, ਉਹ ਹੁੰਦੀ ਹੈਗੀ ਚਾਰਜ ਦੀ, ਉਹ ਹੈਗੀ ਆ ਵੀ ਚਾਰਜ ਜਦੋਂ ਤਾਂ ਐਟ ਰੈਸਟ ਹੁੰਦਾ ਗਾ ਤਾਂ ਉਹ ਕਿਸੇ ਵੀ ਤਰ੍ਹਾਂ ਨਾਲ ਇਨਵੋਲਵਮੈਂਟ ਨਹੀਂ ਕਰਦਾ ਟੂ ਪ੍ਰੋਡਿਊਸ ਕਰੰਟ। ਠੀਕ ਹੈ, ਤਾਂ ਉਹਦੇ ਕਰਕੇ ਕੋਈ ਕਰੰਟ ਪ੍ਰੋਡਿਊਸ ਨਹੀਂ ਹੁੰਦਾ। ਤਾਂ ਚਾਰਜ ਦਾ ਜਿਹੜਾ 2 ਪਾਰਟ ਆਪਾਂ ਡਿਸਕਸ ਕਰਾਂਗੇ, ਇੱਕ ਤਾਂ ਕੂਲਮਜ਼ ਲਾਅ 'ਤੇ ਬੇਸਡ। ਠੀਕ ਹੈ, ਸੈਕਿੰਡ ਇਜ਼ ਜਿਹੜਾ ਕਰੰਟ ਇਲੈਕਟ੍ਰਿਸਿਟੀ 'ਤੇ ਬੇਸਡ ਹੋਊਗਾ। ਕੂਲਮ ਦਾ ਥੋੜ੍ਹਾ ਜਿਹਾ ਇਨਵੋਲਵਮੈਂਟ ਜ਼ਰੂਰੀ ਆ ਉਹਦੇ ਵਿੱਚ, ਮੈਂ ਤੁਹਾਨੂੰ ਸਿਰਫ ਦੱਸਣਾ ਹੀ ਆ ਉਹਦੇ ਵਿੱਚ ਵੀ ਕੂਲਮ ਦੇ ਅਕੋਰਡਿੰਗ ਕੀ ਸਿਚੁਏਸ਼ਨ ਬਣਦੀ ਆ। ਤਾਂ ਪਹਿਲਾਂ ਆਪਣੇ ਕੋਲ ਟੌਪਿਕ ਜਿਹੜਾ ਗਾ ਉਹ ਇਹੀ ਆ ਕਿ ਜਿਹੜਾ ਚਾਰਜ ਹੈਗਾ, ਕੂਲਮਜ਼ ਲਾਅ, ਮੈਨੂੰ ਪਤਾ ਇਹ ਤੁਹਾਡੀ ਜਿਹੜੀ NCERT ਆ ਉਹਦੇ ਵਿੱਚ ਇਹ ਕੂਲਮ ਦਾ ਟੌਪਿਕ ਨਹੀਂ ਹੈ, ਬਟ ਸਟਿਲ ਕੂਲਮ ਤੋਂ ਬਿਨਾਂ, ਜਾਣੀ ਕਿ ਸਟੈਟਿਕ ਚਾਰਜ ਤੋਂ ਬਿਨਾਂ ਆਪਾਂ ਸਟਾਰਟ ਨਹੀਂ ਕਰਨਾ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਹੈਗਾ ਗਾ ਜਿਹੜਾ ਪਾਰਟ ਹੋਊਗਾ ਵੀ ਆਪਾਂ ਪੁਆਇੰਟ ਚਾਰਜ ਕੰਸੀਡਰ ਕਰਿਆ ਕਰਾਂਗੇ। ਸੋ ਪੁਆਇੰਟ ਚਾਰਜ ਜਿਹੜੇ ਹੋਣਗੇ ਉਹਨਾਂ ਨੂੰ ਆਪਾਂ ਸਿੰਬੋਲਿਕਲੀ Q ਜਾਂ ਕੈਪੀਟਲ Q ਨਾਲ ਰਿਪਰੈਜ਼ੈਂਟ ਕਰਾਂਗੇ। ਠੀਕ ਹੈ, ਅਤੇ ਜਿਹੜੇ ਪੁਆਇੰਟ ਚਾਰਜ ਨੇਗੇ, ਪੁਆਇੰਟ ਦਾ ਮਤਲਬ ਆ ਬਹੁਤ ਸਮੋਲ, ਤਾਂ ਇਸ ਕਰਕੇ ਜਿਹੜੇ ਚਾਰਜ ਹੋਣਗੇ ਤਾਂ ਇੱਥੋਂ ਮੇਨ ਆਪਣਾ ਟੌਪਿਕ ਸਟਾਰਟ ਹੋਊਗਾ, ਜਿਹੜਾ ਉਹਨੂੰ ਆਪਾਂ ਕਹਿੰਦੇ ਆ ਕੁਆਂਟਾਈਜ਼ਡ। ਸੋ ਕੁਆਂਟਾਈਜ਼ੇਸ਼ਨ ਆਫ ਚਾਰਜ, ਚਾਰਜ ਦੀ ਜਿਹੜੀ ਅਮਾਊਂਟ ਆ ਉਹ 2 ਚੀਜ਼ਾਂ ਨਾਲ ਬਣਦੀ ਆ। ਠੀਕ ਹੈ, ਤਾਂ ਪਹਿਲਾ ਉਹਦੇ ਵਿੱਚ ਹੈਗਾ ਗਾ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਹੋਣਗੇ। ਠੀਕ ਹੈ, ਜਾਂ ਇਹ ਕਹਿ ਲਓ ਵੀ ਉਹਦੇ ਜਿੰਨੇ ਨੰਬਰ ਆਫ ਇਲੈਕਟ੍ਰੋਨਸ ਨੇ ਉਹਦੇ ਇਕੁਇਵਲੈਂਟ ਨੰਬਰ ਆਫ ਪ੍ਰੋਟੋਨਸ। ਤਾਂ ਨੰਬਰ ਆਫ ਇਲੈਕਟ੍ਰੋਨਸ ਟਾਈਮਸ ਦਾ ਚਾਰਜ ਔਨ 1 ਇਲੈਕਟ੍ਰੋਨ ਔਰ ਪ੍ਰੋਟੋਨ। ਤਾਂ ਇਸ ਕਰਕੇ ਇਲੈਕਟ੍ਰੋਨ ਅਤੇ ਪ੍ਰੋਟੋਨ ਕਹਿ ਰਿਹਾ ਮੈਂ, ਤਾਂ ਮੈਂ ਦੋਨੋਂ ਚਾਰਜ ਦੀ ਜਿਹੜੇ ਸਾਈਨ ਨੇ ਸਿੰਬੋਲਿਕਲੀ ਉਹ ਵੀ ਨਾਲ ਰਿਪਰੈਜ਼ੈਂਟ ਕਰ ਦੂੰਗਾ। ਸੋ ਕੁਆਂਟਾਈਜ਼ੇਸ਼ਨ ਆਫ ਚਾਰਜ ਦਾ ਮਤਲਬ ਹੁੰਦਾ ਗਾ ਵੀ ਜਿਹਦੇ ਵਿੱਚ ਜਿੰਨੇ ਨੰਬਰ ਆਫ ਚਾਰਜਡ ਪਾਰਟੀਕਲਸ ਦੀ ਇਨਵੋਲਵਮੈਂਟ ਆ ਐਂਡ ਪ੍ਰੋਡਕਟ ਵਿਦ ਦ ਐਲੀਮੈਂਟਰੀ ਚਾਰਜ,
इत्थे ई जिहड़ा गा दैट बिलोंग्स टू एलीमेंटरी चार्ज। एलीमेंटरी चार्ज की वैल्यू होंदी है 1.6 इन 10⁻⁻19 कूलम। ठीक है, तो जिहड़ा हुण इत्थे एन आगा ओबवियसली पॉजिटिव नैगेटिव आ, सो दैट वुड बी इंटीजर। ओके, हुण इत्थों जिहड़ा चार्ज आगा उहदे क्योंकि कूलम इज़ द एसआई यूनिट ऑफ चार्ज, तो इस करके इत्थे इलैक्ट्रॉन की जिहड़ी यूनिट आपां ओह कूलम लई है चार्ज की। हुण तो इसदा मतलब ये हो गया भी जिहड़ा पॉइंट चार्ज आ तुसीं उहनूं क्यू कैपिटल जां समॉल क्यू नाल रिप्रजेंट करो, उहनूं आपां जे मैगनीट्यूड की फॉर्म च लिखना होवे दैट वुड बी एन टाइम्स ई। ठीक है, इहदी हैल्प नाल तुसीं वेरीफाई कर सकते हो भी की कोई चार्ज एग्जिस्ट करता भी है कि नहीं, कोई क्वांटिटी का चार्ज। क्यों? बिकॉज वेयर एन वुड बी अ नंबर इंटीजर हो, सो ये फ्रैक्शन च नहीं हो सकता। सो दैट वुड बी 1 2 3 एंड सो ऑन। ठीक है, तो इस करके जे तो पॉजिटिव चार्ज है तो प्लस आऊगा, जे नैगेटिव चार्ज है तो माइनस आऊगा। ओके, तो एन की वैल्यू जी 1 2 3 होगी, मतलब वो इंटीजर होगा, नॉट अ फ्रैक्शन। तो जिमें सपोज करो क्वेश्चन आ गया भी डज ए चार्ज ऑफ 1.6 इंटू 10⁻⁻20 कूलम एग्जिस्ट ठीक है। तो देखो हुण तुसीं वेरीफाई करना भी की एग्जिस्ट करता भी है कि नहीं करता, है ना। तो ये क्यू की वैल्यू थोनों चार्ज आगा जो दैट इज़ क्यू, तो क्यू की वैल्यू है 1.6 इन 10⁻⁻20 ओके विल बी इक्वल टू एन टाइम्स ई। तो आप एन नू फाइंड आउट करांगे, जे एन साडा इंटीजर आउंदा गा, फ्रैक्शन नहीं आता, नैगेटिव नहीं आता, मतलब पावर च नहीं आता, नैगेटिव पावर च, दैट मीनस वो एग्जिस्ट करूगा, जे नहीं आता तो नहीं करूगा। टाइम्स ई इज़ 1.6 इन 10⁻⁻19। तो देखो कैंसल आउट हो गए। ठीक है, इधर अपने को 10⁻⁻1 बच गया इक्वल टू एन, सो एन वुड बी 1/10 और 0.1। तो इसका मतलब की हो गया, इट इज़ नॉट इंटीजर, राइट। सो ये चार्ज जिहड़ा वो एग्जिस्ट नहीं करूगा। एक तो ये जरूरी सीगा इहदे विच जिहड़ा असीं डिस्कस करना सीगा। तो सैकेंड जिहड़ा पार्ट हैगा तो तुसीं इहनूं नोट कर लेना, चंगी तरह समझ लेना गा। तो सैकेंड पार्ट हैगा तुसीं ये भी फाइंड आउट कर सकते हो भी किन्ने इलैक्ट्रॉन मिल के कोई अमाउंट ऑफ चार्ज बनाते हैं। मैं वो भी एग्जाम्पल थोड़े नाल शेयर कर ही लेना। जिवें तुहानूं क्वेश्चन आ गया, ये पहला क्वेश्चन सी, क्वेश्चन आ गया भी हाउ मैनी electrons can make 1 coulomb of charge। तो एक कूलम चार्ज की अमाउंट बनाने लई किन्ने इलैक्ट्रॉन नूं लोड पई कंबाइन होने लई। तो क्यू की वैल्यू इत्थे 1 आ, 1 कूलम, राइट। एंड क्यू इज़ इक्वल टू एन ई, सो दैट इज़ एन टाइम्स ई इज़ इक्वल टू 1, सो एन वुड बी 1/e। ठीक है, तो एन की वैल्यू जी आजू साढ़े को 1/e, ई वुड बी 1.6 इंटू 10⁻⁻19। ठीक है, तो 1 जो 10⁻⁻19 आ, ये उपर जाके 10⁻+19 हो जाऊगा, तो इत्थे आ जाऊगा 1.6। तुसीं इहनूं डिवाइड करके देख लियो, ये होल नंबर बनूगा। तो उहदे अकॉर्डिंग आपां दस सकते हैं भी यस इहदे विच इन्ने इलैक्ट्रॉन्स पॉसीबल होणगे। ठीक है, सो 1 नूं 1.6 नाल डिवाइड करना तुहाडा काम आ, दैन उहदे नाल अपने को पावर ऑफ 10 आजू। हाँ, जे 1/1.6 करोगे तो 0 पॉइंट समथिंग आऊगा, तो तुसीं एक 0 ये तो इनवॉल्व कर लेनी है, तो 10⁻18 दे नाल वो आ जाऊगा। ठीक है, तो इस करके इंपॉर्टेंट सी जिहड़ा आपां यूज़ कीता गा फॉर्मूला पहला। हुण कूलम दा लॉ थोड़ा जिहा डिस्कस करना बनदा गा नाल। ठीक है, क्यों? क्योंकि ये आ भी कूलम दे लॉ की हैल्प नाल असी फोर्स ऑफ अट्रैक्शन तो फोर्स ऑफ रिपल्शन समझांगे, ताकि फिर सानू एक गल होर क्लीयर हो जाए। कई बार NTSC बड़ा सिंपल जिहा क्वेश्चन भी आ जाता गा भी आपां चैक किवें कर सकते हैं भी दो बॉडीज़ दे कोल चार्ज है या नहीं। तो उत्थे एक असी गल कहने होंने भी रिपल्सिव फोर्स इज़ द ओनली वन मैथड जिहदे नाल आपां चैक कर सकते हैं कि उन्हां कोल चार्ज हैगा कि नहीं। ठीक है, तो वो जरूरी सीगा, तुसीं इहनूं नोट कर लेना आराम नाल।
ਪੌਜ਼ ਕਰਕੇ ਵੀਡੀਓ ਤੇ ਮੈਂ ਹੁਣ ਤੁਹਾਡੇ ਨਾਲ ਡਿਸਕਸ ਕਰਦਾ ਕੂਲਮਸ ਲਾਅ। ਕੂਲਮ ਲਾਅ ਦੀ ਸਿਰਫ ਆਪਾਂ ਫਿਲਹਾਲ ਲਈ ਇੱਥੇ ਜਿਹੜੀ ਡੈਫੀਨੇਸ਼ਨ ਆ ਉਹ ਇਨਵੋਲਵ ਕਰਨੀ ਆ, ਕਿਉਂਕਿ ਉਹਦੇ ਨਾਲ ਕੀ ਆ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਇਹਨੂੰ ਅਪਲਾਈ ਕਿਵੇਂ ਕਰਨਾ। ਕੂਲਮ ਲਾਅ ਜਿਹੜਾ ਦੈਟ ਇਜ਼ ਇਨਵੋਲਵਡ ਬਿਟਵੀਨ ਅ ਨੰਬਰ ਆਫ ਚਾਰਜਸ ਜਿਹੜੇ ਐਟ ਰੈਸਟ ਨੇ, ਤਾਂ ਸਟੈਟਿਕ ਚਾਰਜ ਦੇ ਲਈ ਅਪਲਾਈ ਹੁੰਦਾ ਗਾ। ਕੂਲਮ ਲਾਅ ਨੂੰ ਤੁਸੀਂ ਕਿਸੇ ਵੀ ਚੱਲ ਰਹੇ ਚਾਰਜ ਦੇ ਉੱਪਰ ਨਹੀਂ ਅਪਲਾਈ ਕਰ ਸਕਦੇ। ਮਤਲਬ ਕੋਈ ਵੀ ਚਾਰਜ ਜਿਹੜਾ ਮੂਵ ਕਰ ਰਿਹਾ ਹੈਗਾ, ਟਰੈਵਲ ਕਰ ਰਿਹਾ ਹੈਗਾ, ਠੀਕ ਹੈ ਨਾ, ਜਿਹਦੇ ਕੋਲ ਕਾਈਨੈਟਿਕ ਐਨਰਜੀ ਆ, ਮੋਮੈਂਟਮ ਆ, ਤਾਂ ਤੁਸੀਂ ਉਹਦੇ ਉੱਪਰ ਕੂਲਮ ਲਾਅ ਅਪਲਾਈ ਨਹੀਂ ਕਰ ਸਕਦੇ। ਤਾਂ ਸਪੋਜ਼ ਕਰੋ ਮੇਰੇ ਕੋਲ ਇੱਥੇ ਚਾਰਜ ਹੈਗਾ Q1 ਐਂਡ ਰਾਈਟ ਹੇਅਰ ਇਜ਼ ਚਾਰਜ Q2, ਤੇ ਇਹਨਾਂ ਦੋਨਾਂ ਦੇ ਬਿਟਵੀਨ ਜਿਹੜਾ ਡਿਸਟੈਂਸ ਆ ਯੂ ਕੈਨ ਕੰਸੀਡਰ ਇਟ ਐਜ਼ D। ਫਿਲਹਾਲ ਲਈ ਇਹ ਦੋਨੋਂ 2 ਪੁਆਇੰਟਸ ਤੇ ਰੱਖੇ ਨੇ ਚਾਰਜ A ਐਂਡ B ਐਂਡ ਬੋਥ ਆਰ ਪੁਆਇੰਟ ਚਾਰਜਸ, ਕਿਉਂਕਿ ਕੂਲਮ ਲਾਅ ਦੀ ਇੱਕ ਰਿਸਟ੍ਰਿਕਸ਼ਨ ਆ ਕਿ ਇਹ ਸਿਰਫ ਪੁਆਇੰਟ ਚਾਰਜਸ ਤੇ ਅਪਲਾਈ ਹੁੰਦਾ ਹੈਗਾ। ਤੁਸੀਂ ਲਾਰਜ ਅਮਾਊਂਟ ਆਫ ਚਾਰਜ ਦੇ ਉੱਪਰ ਇਹਨੂੰ ਅਪਲਾਈ ਨਹੀਂ ਕਰ ਸਕਦੇ। ਦੂਸਰੀ ਗੱਲ ਵੀ ਇਹ ਸਟੈਟਿਕ ਚਾਰਜ ਤੇ ਅਪਲਾਈ ਹੁੰਦਾ ਹੈਗਾ, ਠੀਕ ਹੈ, ਤਾਂ ਇਹ ਟਰੈਵਲ ਕਰ ਰਹੇ ਚਾਰਜਸ ਦੇ ਉੱਪਰ ਅਪਲਾਈ ਨਹੀਂ ਹੁੰਦਾ। ਇਹ 2 ਰੈਸਟ੍ਰਿਕਸ਼ਨ ਨੇ। ਹੁਣ ਜਿਹੜੀ ਇਹਨਾਂ ਦੋਨਾਂ ਦੇ ਬਿਟਵੀਨ ਫੋਰਸ ਆ, ਤਾਂ ਆਪਾਂ ਇਹ ਤਾਂ ਤੁਸੀਂ ਗ੍ਰੇਡ 8 ਦੇ ਵਿੱਚ ਵੀ ਪੜ੍ਹ ਲਿਆ ਹੋਊਗਾ, 7 ਔਰ 8 ਦੇ ਵਿੱਚ, ਕਿ ਜਿਹੜੇ 2 ਚਾਰਜ ਹੁੰਦੇ ਨੇ ਉਹਨਾਂ ਦੇ ਵਿੱਚ 2 ਟਾਈਪ ਦੀ ਫੋਰਸ ਹੁੰਦੀ ਆ, ਅਟਰੈਕਟਿਵ ਫੋਰਸ ਐਂਡ ਰਿਪਲਸਿਵ ਫੋਰਸ। ਅਟਰੈਕਟਿਵ ਫੋਰਸ ਹੋਊਗੀ ਵੈਨ ਦੇ ਹੈਵ ਆਪੋਜ਼ਿਟ ਚਾਰਜ, ਰਿਪਲਸਿਵ ਫੋਰਸ ਵੈਨ ਦੇ ਹੈਵ ਸੇਮ ਕਾਈਂਡ ਆਫ ਚਾਰਜ, ਹੈ ਨਾ। ਤਾਂ ਉਸੇ ਤਰ੍ਹਾਂ ਇਹਨਾਂ ਦੋਨਾਂ ਦੇ ਬਿਟਵੀਨ ਜਿਹੜੀ ਉਹ ਫੋਰਸ ਲੱਗ ਰਹੀ ਆ, ਈਦਰ ਰਿਪਲਸਿਵ ਔਰ ਅਟਰੈਕਟਿਵ ਫੋਰਸ, that depends upon the magnitude of the 2 charges and inversely proportional to square of the distance। मतलब जिन्ना अमाउंट ऑफ चार्ज ज़्यादा होगा मैटर नहीं करता पॉजिटिव आ या नैगेटिव आ, क्यों? क्योंकि पॉजिटिव नैगेटिव होने दे नाल फोर्स दी नेचर चेंज होगी, अमाउंट चेंज नहीं होगी। इस गल का ख्याल रखना, ठीक है। फोर्स की नेचर चेंज होगी, अमाउंट नहीं चेंज होगी। तो जो एक पॉजिटिव है, एक नैगेटिव चार्ज है, तो आप कहेंगे अट्रैक्टिव हो जूगी। इफ दे हैव सेम अमाउंट ऑफ चार्ज, यानी कि सेम काइंड ऑफ चार्ज होन, तो वही फोर्स रिपल्सिव हो जूगी, बट अमाउंट डज नॉट चेंज, ठीक है। एंड इनवर्सली प्रोपोर्शनल टू स्क्वायर ऑफ द डिस्टेंस का मतलब की आ भी वैन एवर द सैपरेशन इनक्रीजेज दैन द फोर्स विल डिक्रीज। जो सैपरेशन रिड्यूस होगी फोर्स इनक्रीज होगी, ठीक है। तो इस करके इन्होंने दोनों को इन्वॉल्व करना, तो फोर्स इज इक्वल टू प्रोपोर्शनलिटी हटा के एक कॉन्सटेंट लग जाता के Q1 Q2 बाय D स्क्वायर। ओके, तो इस तरह हुणे मैं थोड़े नाल डिस्कस क्यों किया, वैसे तो थोड़े ये बेस से थोड़ा नूमैरिकल उन्ना टफ मतलब उस लैवल तो नहीं आना हैगा जिहड़ा ग्रेड 12 दे विच हुंदा हैगा। पर यह भी सपोज करो, लेट्स से आप एग्जाम्पल लैके चलते हैं, इहनूं अप्लाई करते हैं भी साडे कोल 2 चार्ज ने Q and 2Q, ठीक है, एंड द सैपरेशन बिटवीन दैम इज D। इनिशियली इन्हां च D डिस्टेंस आ। हुण आपां ने की कीता, दोनों साइड ते जिहड़े चार्ज ने A एंड B दे उपर रखे, इन्हां नूं आपां -Q/2 ते इनू भी आपां -Q/2 चार्ज देता, ठीक है। तो एक क्वेश्चन आ हुण भी पहला 2 चार्ज पे सी A एंड B दे उपर Q एंड 2Q, सैपरेशन इज D। आपां उहनूं एडिशन दे विच इनू भी नैगेटिव चार्ज देता, इनू भी नैगेटिव चार्ज देता। तो वट विल बी द न्यू फोर्स? तो एक क्वेश्चन आ, वट विल बी द न्यू फोर्स? तो तुसी मेरा क्वेश्चन जिहड़ा बोलिया और वीडियो तो रिपीट कर लियो, वट विल बी द न्यू फोर्स, भी मैं की कंडीशन अप्लाई की आ, पर मैं कैलकुलेट करके थोड़े नाल इत्थे शेयर करता। तो पहला 2 चार्ज ने Q एंड 2Q, सैपरेशन इज D। तो जी इनिशियल फोर्स आ उन्होंने बिटवीन दैट वुड बी K। हुण देखो अप्लाई करो इस कूलम लॉ नूं, Q1 Q2 दोनों का प्रोडक्ट, तो Q ते 2Q नूं प्रोडक्ट करांगे 2Q स्क्वायर आ जाऊगा अपॉन सैपरेशन इज D, सो D स्क्वायर फार्मूला के अकॉर्डिंग, राइट। दैन हुण वो कहंदा भी इन्हां दोनों नूं आपां Q/2 ते Q/2 नैगेटिव चार्ज देता। तो जो इन्हों Q/2 नैगेटिव चार्ज दिता, तो ओबवियसली आ कि जिहड़े चार्ज ने दे आर स्केलर क्वांटिटीज़, तो मतलब एडिटिव या मतलब होंगे सबट्रैक्ट होंगे। तो इस करके Q दे विचों Q/2 गया तो कितना आ गया Q/2,
क्योंकि क्यू माइनस करना है। सेम 2q माइनस क्यू बाई 2, तो जे हुण तुसीं देखो 2q माइनस क्यू बाई 2 करो राइट, तो कितना आ गया 4 माइनस 1 बाई 2, 3 बाई 2 आ गया राइट, इन्हें आ जाऊगा। तो 4 माइनस यानी कि 3q बाई 2 विल बी द न्यू चार्ज एट पॉइंट बी, बट असी इत्थे सैपरेशन नूं स्टिल डी रखिया। ठीक है, तो हुण तुसीं देखो q बाई 2 3q बाई 2, तो दीज आर द न्यू चार्जिस, सैपरेशन इज स्टिल सेम। तो हुण जे आपां सैकेंड फोर्स की कैलकुलेशन करनी आ, हाउ मच इट वुड बी, तो अगेन इत्थों ही फार्मूला अप्लाई करना। तो देखो Q1 Q2 बाई डी स्क्वायर, तो Q1 Q2 पे ने अपने कोल, सो 3q स्क्वायर अपॉन 2 टाइम्स 2 4, ठीक है, बाय डी स्क्वायर इत्थे मल्टीप्लाई हो जाऊगा। हुण तुसीं इहदे विच्चों देखो तो 3 अपॉन 4 इहनूं अलग कर लेना, टाइम्स के क्यू स्क्वायर बाय डी स्क्वायर इहनूं अलग कर लेना। हुणे क्यों कीता, क्योंकि यही सिचुएशन इत्थे बननी आ। तुसीं इत्थे भी देखो नंबर नूं अगे कर लेना 2 टाइम्स के क्यू स्क्वायर बाय डी स्क्वायर, क्योंकि मैं इन्हां दी फ्रैक्शन लैके रेशो लैके इन्हां नूं सॉल्व करना। तो तुसीं हुण देखना भी तुहानूं किहड़ी फोर्स दे नाल किन्नी फोर्स नूं पुछिआ, जे पहलां नालों हुण पुछिआ रेशो ਜਾਂ ਹੁਣ ਦੇ ਨਾਲੋਂ ਪਹਿਲਾਂ ਪੁੱਛਿਆ ਉਸ ਦੇ ਅਕੋਰਡਿੰਗ ਕਰ ਲੈਣਾ। ਜਿਵੇਂ ਮੈਂ ਹੁਣ ਕਹਾਂ ਵੀ ਪਹਿਲਾਂ ਦੇ ਕੰਪੈਰੀਜ਼ਨ 'ਚ ਰੇਸ਼ੋ ਲੈਣੀ ਆ, ਸੋ ਮਤਲਬ F1 ਬਾਈ F2 ਕਰਨਾ। ਤਾਂ ਦੇਖੋ ਕੀ ਹੋਊਗਾ, ਜੇ ਤੁਸੀਂ ਡਿਵਾਈਡ ਕਰੋਗੇ ਆਹ ਦੋ ਵੈਲਿਊਜ਼ ਨੂੰ, ਤਾਂ के क्यू स्क्वायर बाई डी स्क्वायर के क्यू स्क्वायर बाई डी स्क्वायर कैंसल आउट हो गए, तो 2 राइट डिवाइडेड बाय 3 बाई 4 हो जाऊगा, तो 2 डिवाइडेड बाय 3 बाई 4 हो गया। सो दैट वुड बी द आंसर। ठीक है, ये काम भी तुसी कर लेना। आंसर कितना आऊगा, मैनू मेरे व्हाट्सएप नंबर जिहड़ा हैगा 9876632512 ਉਹਦੇ ਉੱਪਰ शेयर कर लियो, तो मैनू थोड़ा जिहा वधिया फील होगा। ठीक है, क्योंकि मैं मोटिवेशन लै रहा इस चीज़ तो ताकि तुसी लर्न कर रहे हो। तो प्लीज़ इसदा आंसर मैनू जरूर दस दिओ। थोड़ी बहुती इनवॉल्वमेंट मैं जान के थोड़े तो लै रहा गा। हुण अगे आपां हुण स्टार्ट करते हैं जिहड़ा अगला पार्ट अपना। ठीक है, ओके, जिहड़ा हुण दा टॉपिक अपना नैक्सट दैट इज़ इलैक्ट्रिक करंट। तो इलैक्ट्रिक करंट दे विच्चों आपां जिहड़ा स्टार्ट करना गा इलैक्ट्रिक करंट, तो पहलां आपां देखांगे कि करंट जिहड़ा गा उहनूं न्यूमैरिकली किवें लिखिआ जा सकदा, मैथमैटिकली, सॉरी नॉट न्यूमैरिकली। तो मैथमैटिकली इहनूं लिखण लई साडे कोल दो चीज़ां दी जरूरत आ। एक जो मैं तुहानूं पहलां हुणी स्टार्टिंग दस्सिआ सी वीडियो दे विच कि जिहड़ा चार्ज स्टैटिक आ एट रैस्ट आ, तो उहदी कोई कॉन्ट्रीब्यूशन नहीं होगी टू प्रोड्यूस करंट। तो इसदा मतलब चार्ज नूं फ्लो करना पऊगा एंड उत्थों जाके करंट स्टार्ट होगा। करंट स्टार्ट किवें हुंदा गा, करंट प्रोड्यूस किवें हुंदा, मतलब वो मैं डिस्कस करूँगा इस तो बाद, पर पहलां आपां उहदी मैथमैटिकली जो एक्सप्रैशन है वो लिख लीए। तो ये डेफिनेशन हैगी आ चार्ज फ्लोइंग पर यूनिट टाइम, कि कितना चार्ज उस गिवन टाइम दे विच फ्लो कर गया, दैट इज़ कॉल्ड करंट। ठीक है, तो क्यू दी वैल्यू उही सेम, क्योंकि चार्ज दी अमाउंट नूं असीं क्वांटाइजेशन दे नाल कैलकुलेट कर सकते हैं। तो तुसीं इत्थों नूं कैलकुलेट कर सकते हो। बहुत क्वेश्चन तो इत्थों ही आ जाते हैं। जिवें एक बार क्वेश्चन आया सीगा भी करंट जिहड़ा गा, मैं पहले उसदी SI यूनिट लिखदा, तुहानूं पता ही होगा वैसे तो SI यूनिट इज़ एम्पीयर, है ना, करंट दी। तो क्वेश्चन आया सीगा भी दसो जे करंट साडे कोल 3 एम्पीयर फ्लो कीता, प्रोड्यूस होया सॉरी, तो ओह 10 सैकेंड दे विच प्रोड्यूस होया होवे, हाउ मैनी इलैक्ट्रॉन्स आर रिस्पोंसिबल। ठीक है, 3 एम्पीयर करंट नूं 10 सैकेंड प्रोड्यूस होयागा, किन्ने इलैक्ट्रॉन लगे होणगे, ये क्वेश्चन आ। तो देखो तुहाडे सामने आ इक्वेशन गिवन आ, ईजीली कैलकुलेट हो जाऊगा। सो नंबर ऑफ इलैक्ट्रॉन्स कैन बी कैलकुलेटेड। तो एन की वैल्यू कितनी होगी, सो एन वुड बी I टाइम्स T अपॉन E। ठीक है, E अगेन 1.6 इन 10⁻⁻19 कूलम। T गिवन आ, I गिवन आ, तो तुसीं एन कैलकुलेट कर सकते हो। हुण आपां जिहड़ा नैक्सट पार्ट अपने कोल डिस्कस करना गा,
ਉਹ ਪਹਿਲਾਂ ਜ਼ਰੂਰੀ ਆ, ਫਿਰ ਮੈਂ ਜਾ ਕੇ ਇੱਥੇ ਆਊਂਗਾ ਇਲੈਕਟ੍ਰਿਕ ਕਰੰਟ ਤੇ ਦੁਬਾਰਾ, ਐਂਡ ਦੈਟ ਇਜ਼ ਪੋਟੈਂਸ਼ੀਅਲ ਜਾਂ ਪੋਟੈਂਸ਼ੀਅਲ ਡਿਫਰੈਂਸ। ਵੈਸੇ ਇਹਨਾਂ ਦੋਨਾਂ ਦੇ ਵਿੱਚ ਵੀ ਫਰਕ ਆ, ਪੋਟੈਂਸ਼ੀਅਲ ਤੇ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ, ਇਸ ਕਰਕੇ ਮੈਂ ਪਹਿਲਾਂ ਗੱਲ ਕਰ ਰਿਹਾ ਹੈਗਾ ਪੋਟੈਂਸ਼ੀਅਲ ਦੀ। ਹੁਣ ਪੋਟੈਂਸ਼ੀਅਲ ਕੀ ਆ, ਆਪਾਂ ਰੀਸੈਂਟਲੀ ਡਿਸਕਸ ਕੀਤਾ ਸੀ ਵੀ ਜਿਹੜਾ ਚਾਰਜ ਆ ਉਹਦੀ ਨੇਚਰ ਆ ਕਿ ਉਹ ਰਿਪਲਸਿਵ ਵੀ ਹੋ ਸਕਦੇ ਨੇ, ਅਟਰੈਕਟਿਵ ਵੀ ਹੋ ਸਕਦੇ ਨੇ, ਰਾਈਟ। ਹੁਣ ਜੇ ਆਪਾਂ ਗੱਲ ਕਰੀਏ ਵੀ ਇੱਕ ਚਾਰਜ ਨੂੰ ਆਪਾਂ ਫਲੋ ਕਰਾ ਰਹੇ ਹਾਂ ਤਾਂ ਫਲੋ ਕਰਾਉਣ ਦੇ ਲਈ ਉਹਨੂੰ ਫੋਰਸ ਤਾਂ ਲਗਾਉਣੀ ਪਊਗੀ ਨਾ, ਰਾਈਟ। ਤਾਂ ਉਹੀ ਫੋਰਸ ਨੂੰ ਅਸੀਂ ਪੋਟੈਂਸ਼ੀਅਲ ਤੋਂ ਲਰਨ ਕਰਨਾ ਗਾ ਵੀ ਉਹ ਕਿਵੇਂ ਕੰਮ ਕਰਦੀ ਆ। ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਦੈਟ ਵੁੱਡ ਬੀ, ਹੁਣ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਜਿਹੜੀ ਡੈਫੀਨੇਸ਼ਨ ਆ ਪਹਿਲਾਂ ਉਹ ਡਿਸਕਸ ਕਰੂੰਗਾ ਮੈਂ, ਸਾਰੀਆਂ ਬੇਸਿਕ ਗੱਲਾਂ ਪਹਿਲਾਂ ਦੱਸ ਕੇ, ਤਾਂ ਕਿ ਕਿਉਂਕਿ ਤੁਸੀਂ ਕੀਤਾ ਹੋਊਗਾ ਹੁਣ ਤੱਕ ਸਕੂਲ ਦੇ ਵਿੱਚ ਥੋੜ੍ਹਾ ਬਹੁਤਾ ਤਾਂ ਇਹ ਹੁੰਦਾ ਵਰਕ ਡਨ ਅਪੋਨ ਚਾਰਜ। ਤਾਂ ਦੀ ਡੈਫੀਨੇਸ਼ਨ ਬੜੀ ਸਿੰਪਲ ਆ ਵੀ ਅਮਾਊਂਟ ਆਫ ਵਰਕ ਡਨ ਇਨ ਬ੍ਰਿੰਗਿੰਗ ਏ ਪੁਆਇੰਟ ਚਾਰਜ ਫਰੋਮ ਇਨਫਾਨਾਈਟ ਟੂ ਦੈਟ ਪੁਆਇੰਟ, ਰਾਈਟ। ਤਾਂ ਉਹਨੂੰ ਅਸੀਂ ਕਹਿੰਦੇ ਆ ਆਪਣਾ ਪੋਟੈਂਸ਼ੀਅਲ, ਇਲੈਕਟ੍ਰਿਕ ਪੋਟੈਂਸ਼ੀਅਲ, ਅਤੇ ਇਹਦੀ SI ਯੂਨਿਟ ਵੋਲਟ ਹੁੰਦੀ ਆ, ਅਤੇ ਜਿਹਨੂੰ ਆਪਾਂ ਜਾਊਲ ਪਰ ਕੂਲਮ ਵੀ ਲਿਖ ਸਕਦੇ ਹਾਂ, ਠੀਕ ਹੈ। ਸੋ ਜਾਊਲ ਪਰ ਕੂਲਮ ਅਤੇ ਦੂਸਰੀ ਵੋਲਟ। ਹੁਣ ਪੋਟੈਂਸ਼ੀਅਲ ਡਿਫਰੈਂਸ ਕੀ ਆ, ਪੋਟੈਂਸ਼ੀਅਲ ਡਿਫਰੈਂਸ ਹੈਗਾ ਗਾ ਵੀ ਇੱਕ ਤੋਂ ਦੂਸਰੇ ਐਂਡ ਦੇ ਬਿਟਵੀਨ ਜਿਹੜਾ ਚਾਰਜ ਫਲੋ ਕਰਾਉਣਾ। ਪੋਟੈਂਸ਼ੀਅਲ ਡਿਫਰੈਂਸ ਨੂੰ ਮੈਂ ਜੇ ਤੁਹਾਨੂੰ ਬੜੀ ਸਿੰਪਲ ਲੈਂਗੁਏਜ ਸਮਝਾਉਣਾ ਹੋਵੇ ਨਾ ਤਾਂ ਇਹ ਕਹਿ ਲਓ ਇੱਕ ਤਰ੍ਹਾਂ ਦਾ ਸਲੈਂਟ ਆ, ਠੀਕ ਹੈ, ਜਿਵੇਂ ਢਲਾਣ ਆ। ਤਾਂ ਜਿੰਨੀ ਢਲਾਣ ਜ਼ਿਆਦਾ ਹੋਊਗੀ, ਰਾਈਟ, ਜਿਵੇਂ ਸਪੋਜ਼ ਕਰੋ ਸਲੋਪ ਆ, ਹੁਣ ਸਲੋਪ ਇੰਨੀ ਆ, ਹੁਣ ਸਲੋਪ ਇੱਥੋਂ ਮੈਂ ਕੋਈ ਚੀਜ਼ ਰੋਲ ਕਰਾਂ ਤਾਂ ਉਹ ਜਿਸ ਤਰ੍ਹਾਂ ਦੀ ਕਾਈਨੈਟਿਕ ਐਨਰਜੀ ਗੇਨ ਕਰਕੇ ਨੀਚੇ ਜਾਊਗੀ, ਦੈਟ ਡਿਪੈਂਡਸ ਅਪੋਨ ਦਾ ਸਲੈਂਟ ਹਾਈਟ, ਸਲੋਪ 'ਤੇ ਡਿਪੈਂਡ ਕਰੂ। ਹੁਣ ਜੇ ਸਲੋਪ ਹੋਰ ਜ਼ਿਆਦਾ ਕਰ ਦਈਏ, ਵਧਾ ਦਈਏ ਤਾਂ ਫਾਸਟ ਜਾਊਗੀ, ਰਾਈਟ। ਉਸੇ ਤਰ੍ਹਾਂ ਜੇ ਦੋ ਐਂਡਸ ਦੇ ਬਿਟਵੀਨ ਪੋਟੈਂਸ਼ੀਅਲ ਡਿਫਰੈਂਸ ਹੋਊਗਾ, ਜਿੰਨਾ ਜ਼ਿਆਦਾ ਹੋਊਗਾ ਓਨਾ ਹੀ ਜ਼ਿਆਦਾ ਪੁਸ਼ ਮਿਲੂਗਾ ਇਲੈਕਟ੍ਰੋਨਸ ਨੂੰ ਫਲੋ ਕਰਨ ਲਈ, ਠੀਕ ਹੈ, ਅਤੇ ਓਨਾ ਹੀ ਜ਼ਿਆਦਾ ਕਰੰਟ ਪ੍ਰੋਡਿਊਸ ਹੋਊਗਾ। ਤਾਂ ਇਹ ਬੜੀ ਬੇਸਿਕ ਡਿਫਰੈਂਸ ਦੀ ਡੈਫੀਨੇਸ਼ਨ ਹੋ ਗਈ ਇੱਕ ਤਰ੍ਹਾਂ ਨਾਲ, ਕਿਉਂ ਮੈਂ ਬੁੱਕ ਦੇ ਅਕੋਰਡਿੰਗ ਨਹੀਂ ਤੁਹਾਨੂੰ ਡਿਫਾਈਨ ਕਰਦਾ, ਉਹ ਤੁਸੀਂ ਪੜ੍ਹੀ ਬੈਠੇ ਹੋਵੋਗੇ, ਹੈ ਨਾ। ਸੋ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਇਹ ਚੀਜ਼ ਆ ਗਈ ਵੀ ਇੱਕ ਐਂਡ ਤੋਂ ਦੂਸਰੇ ਐਂਡ ਤੱਕ। ਅਤੇ ਪੋਟੈਂਸ਼ੀਅਲ ਡਿਫਰੈਂਸ ਜੇ ਕੈਲਕੂਲੇਟ ਕਰਨਾ ਹੁੰਦਾ ਤਾਂ ਅਸੀਂ ਫਾਈਨਲ ਮਾਈਨਸ ਇਨੀਸ਼ੀਅਲ ਕੈਲਕੂਲੇਟ ਕਰਦੇ ਹਾਂ। ਫਾਈਨਲ ਪੋਟੈਂਸ਼ੀਅਲ ਮਾਈਨਸ ਇਨੀਸ਼ੀਅਲ ਪੋਟੈਂਸ਼ੀਅਲ, ਤਾਂ ਕਿ ਪੋਜ਼ਿਟਿਵ ਵੈਲਿਊ ਆ ਸਕੇ। ਤਾਂ ਕਰਕੇ ਮੈਂ ਇਹਨੂੰ ਫਾਈਨਲ ਮਾਈਨਸ ਇਨੀਸ਼ੀਅਲ ਲਿਖਿਆ, ਠੀਕ ਹੈ। ਤਾਂ ਇਹ ਪੋਟੈਂਸ਼ੀਅਲ ਡਿਫਰੈਂਸ ਹੋ ਗਿਆ। ਹੁਣ ਰਹੀ ਗੱਲ ਕਿ ਕਰੰਟ ਕਿਉਂ ਪ੍ਰੋਡਿਊਸ ਹੋਇਆ। ਕਰੰਟ ਇਲੈਕਟ੍ਰੋਨ ਦੇ ਫਲੋ ਕਰਕੇ ਪ੍ਰੋਡਿਊਸ ਹੁੰਦਾ ਗਾ, ਉਹ ਕਿਵੇਂ ਹੁੰਦਾ ਪ੍ਰੋਡਿਊਸ, ਤਾਂ ਕਿਉਂਕਿ ਪੋਟੈਂਸ਼ੀਅਲ ਮੈਨੂੰ ਚਾਹੀਦਾ ਸੀ, ਇਸ ਕਰਕੇ ਮੈਂ ਇਨਵੋਲਵ ਕਰ ਲਿਆ ਨਾਲ। ਤਾਂ ਸਪੋਜ਼ ਕਰੋ ਮੇਰੇ ਕੋਲ ਹੈਗੀ ਹੈ ਜੀ ਇੱਕ ਵਾਇਰ ਹਮੇਸ਼ਾ ਸਿਲੰਡਰੀਕਲ ਹੁੰਦੀ ਆ, ਇਸ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ, ਅਤੇ ਇਹਦੀ ਕ੍ਰਾਸ ਸੈਕਸ਼ਨ ਹੁੰਦੀ ਹੈ ਜਿਹਦਾ ਅਸੀਂ ਕ੍ਰਾਸ ਸੈਕਸ਼ਨਲ ਏਰੀਆ πr² ਲੈ ਸਕਦੇ ਹਾਂ, ਅਤੇ ਇਹਦੀ ਲੈਂਥ ਜਿਹੜੀ ਆ ਉਹਨੂੰ ਆਪਾਂ ਹਾਈਟ ਆਫ ਦਾ ਸਿਲੰਡਰ ਮੰਨ ਸਕਦੇ ਹਾਂ। ਤਾਂ ਵੋਲੀਅਮ ਹੋ ਜਾਂਦਾ ਇਹਦਾ πr²h। ਐਨੀਵੇਜ਼ ਇਹ ਹੋ ਗਈ ਲੈਂਥ, ਅਤੇ ਇਹ ਹੈਗਾ ਏਰੀਆ ਆਫ ਕ੍ਰਾਸ ਸੈਕਸ਼ਨ A। ਹੁਣ ਇਹ ਵਾਇਰ ਨੂੰ ਮੈਂ ਇੱਕ ਬੈਟਰੀ ਦੇ ਨਾਲ ਜਾਂ ਸੈੱਲ ਦੇ ਨਾਲ ਅਟੈਚ ਕਰ ਲਿਆ। ਤਾਂ ਬੈਟਰੀ ਦਾ ਸਿੰਬਲ ਇਹ ਹੋਊਗਾ ਜਦੋਂ ਉਹਦੇ ਕੋਲ ਇੱਕ ਤੋਂ ਜ਼ਿਆਦਾ ਸੈੱਲ ਹੋਣ, ਠੀਕ ਹੈ। ਐਂਡ ਹੇਅਰਜ਼ ਅ ਸਵਿਚ, ਤਾਂ ਮੈਂ ਇੱਥੇ ਸਵਿਚ ਲਗਾਤੀ, ਔਨ ਕਰਤੀ ਸਵਿਚ। ਇਹ ਵੀ ਤੁਸੀਂ ਪੜ੍ਹਿਆ ਹੋਊਗਾ ਵੀ ਸਵਿਚ ਔਨ, ਠੀਕ ਹੈ। ਇਹ ਹੈਗਾ ਪੋਜ਼ਿਟਿਵ, ਇਹ ਹੈਗਾ ਨੈਗੇਟਿਵ ਟਰਮੀਨਲ, ਸਿੰਬੋਲੀਕਲੀ ਇਹ ਵੀ ਪੜ੍ਹ ਲਿਆ ਹੋਣਾ। ਹੁਣ ਜਦੋਂ ਆਪਾਂ ਸਵਿਚ ਔਨ ਕੀਤੀ ਤਾਂ ਕੀ ਹੋਊਗਾ, ਸਵਿਚ ਔਨ ਕਰਨ ਦੇ ਨਾਲ ਜਿਹੜਾ ਨੈਗੇਟਿਵ ਟਰਮੀਨਲ ਆ ਉਹ ਨੈਗੇਟਿਵ ਪੋਟੈਂਸ਼ੀਅਲ ਕ੍ਰੀਏਟ ਕਰ ਦੂਗਾ ਇਸ ਐਂਡ 'ਤੇ, ਪੋਜ਼ਿਟਿਵ ਟਰਮੀਨਲ ਪੋਟੈਂਸ਼ੀਅਲ ਕ੍ਰੀਏਟ ਕਰ ਲੂਗਾ ਇਸ ਐਂਡ 'ਤੇ। ਪੋਟੈਂਸ਼ੀਅਲ ਇੱਥੇ ਜਿਹੜਾ ਉਸ ਚਾਰਜ ਨੂੰ ਲੈ ਕੇ ਆਉਣ ਲਈ ਐਫਰਟ ਹੋ ਰਹੀ ਆ ਉਹਦੀ ਗੱਲ ਕਰ ਰਹੇ ਹਾਂ। ਤਾਂ ਨੈਗੇਟਿਵ ਪੋਟੈਂਸ਼ੀਅਲ ਅਤੇ ਪੋਜ਼ਿਟਿਵ ਪੋਟੈਂਸ਼ੀਅਲ ਇਹ ਦੋਨੋਂ ਕ੍ਰੀਏਟ ਹੋ ਗਏ। ਜਿਵੇਂ ਇਹ ਵਾਇਰ ਆ, ਇਹਦੇ ਇੱਧਰਲੇ ਐਂਡ 'ਤੇ ਪੋਜ਼ਿਟਿਵ ਪੋਟੈਂਸ਼ੀਅਲ ਕ੍ਰੀਏਟ ਹੋ ਗਿਆ, ਇੱਧਰਲੇ ਐਂਡ 'ਤੇ ਨੈਗੇਟਿਵ ਪੋਟੈਂਸ਼ੀਅਲ ਕ੍ਰੀਏਟ ਹੋ ਗਿਆ। ਹੁਣ ਜਿਹੜਾ ਨੈਗੇਟਿਵ ਪੋਟੈਂਸ਼ੀਅਲ ਆ what will do that start pushing the electrons, ਤਾਂ ਇਹ ਇਲੈਕਟ੍ਰੋਨਸ ਨੂੰ ਇੱਧਰੋਂ ਪੁਸ਼ ਕਰਨਾ ਸਟਾਰਟ ਕਰੂਗਾ, ਠੀਕ ਹੈ। ਤਾਂ ਜਦੋਂ ਇਲੈਕਟ੍ਰੋਨ ਨੂੰ ਪੁਸ਼ ਕਰਨਾ ਸਟਾਰਟ ਕਰੂਗਾ
ਤਾਂ ਇਲੈਕਟ੍ਰੋਨ ਜਿਹੜੇ ਨੇ ਉਹ ਰਿਪਲਸਿਵ ਫੋਰਸ ਫੀਲ ਕਰਨਗੇ। ਕਿਉਂ ਫੀਲ ਕਰਨਗੇ ਰਿਪਲਸਿਵ ਫੋਰਸ? ਬਿਕੋਜ਼ ਇਹ ਵੀ ਨੈਗੇਟਿਵ ਆ, ਇਲੈਕਟ੍ਰੋਨ ਦੇ ਹੈਵ ਨੈਗੇਟਿਵ ਚਾਰਜ। ਤਾਂ ਉਹ मूव करना शुरू करनगे, उन्होंने एकदम एक पुश मिलूगा। ठीक है, तो जो पुश मिलूगा वो पुश करके वो मूव करना शुरू करनगे टू द राइट पर टू द लैफ्ट। पर हुण उन्होंने बुलाऊगा कोई तां ही वो अगे फास्ट जाणगे। इसे करके असीं दूसरे एंड ते की लगाया गा पॉजिटिव टर्मिनल। ठीक है, तो पॉजिटिव टर्मिनल जिहड़ा गा वो उन्होंने अट्रैक्ट करूगा ताकि वो फास्ट आ सकन। तो इस तरह फ्लो करन दे नाल इलैक्ट्रॉन दे एक पॉजिटिव जिहड़ा फील्ड आ, पॉजिटिव फील्ड दैट स्टार्ट मूविंग टूवर्ड्स द नेगेटिव। क्यों? ये बड़ा बेसिक जा फंडा गा कि जे आपां कह लीए भी तुसी प्रैशर दे विच गल कीती होगी, प्रैशर डिफरेंस दे विच जियोग्राफी च भी कीता होगा भी एक जगह ते बहुत ज़्यादा हॉट रीजन आ, एक कोल्ड रीजन आ सराउंडिंग च उहदे। तो जिहड़ा हॉट रीजन आ उत्थों दी एयर जिहड़ी आ वो प्रैशर डिफरेंस क्रिएट कर लैंदी आ। ठीक है, सराउंडिंग एयर नाल। तो जिहड़ी हॉट एयर आ वो उत्थों फ्लो करना शुरू कर दिंदी आ टू द कोल्ड, ते कोल्ड एयर उहदी जगह लैण लई इधर आउणा शुरू कर दिंदी आ। याद आया? सारी सिचुएशन सेम इत्थे उमी आ। जे नैगेटिव चार्ज टू द लैफ्ट इधर नूं आ रहे ने तो उन्होंने कंपनसेट करने लई, बैलेंस करने लई पॉजिटिव भी एनर्जी उधर जाऊगी। तो वो पॉजिटिव फील्ड जिहड़ी आ ये टूवर्ड द राइट इत्थे मूव करना शुरू कर दूगी टूवर्ड्स द नैगेटिव टर्मिनल। तो जदों यह पॉजिटिव फील्ड मूव करती आ इनू असीं करंट कहने आ। बस इन्नी गल आ। तो करंट फ्लो करन पिछे इनवॉल्वमेंट इलैक्ट्रॉन दी आ। अगे बड़ा कुछ होंदा, ये तो है नहीं भी ये आप बिठा के पैक करके तोरते तो जल्दी जल्दी उधर पहुँच गए भी पार्सल आ, कोई स्टॉपेबल नहीं है रस्ते च। ऑब्सटैकल बहुत ने, वो डिस्कस करांगे हुण आपां अगे। पर यह भी करंट इस तरह प्रोड्यूस होंदा। ठीक है, ये चीज़ मैं तां दसनी सीगी क्योंकि बेसिक पता होना जरूरी है। तो करंट बारे तुहानूं पता लग गया भी किवें प्रोड्यूस होंदा। मेरी वीडियो नूं दोबारा वॉच कर लिओ जिन्ना मैं की दस्सिआगा करंट बारे, ताकि तुहानूं क्लीयर हो जाए कंसैप्ट, बिकॉज ये +2 दे विच भी तुहाडे उन्ना ही काम आऊगा। ओके, नैक्सट टॉपिक हैगा अपने कोल रजिस्टेंस। ठीक है, मैं ऑलरेडी ये पिक्चर ड्रॉ कर ली जिहड़ा हुण चल रहा सीगा अपना टॉपिक उस दे रिगार्डिंग, क्योंकि रजिस्टेंस इत्थों ही पढ़नी है। तो मैं दस रहा तुहानूं भी जिहड़ा करंट प्रोड्यूस हुंदा गा उहदे लई इलैक्ट्रॉन जिहड़े ने दे स्टार्ट मूविंग टूवर्ड्स द पॉजिटिव एंड इन द वायर, इनसाइड द वायर। ये बाहर नहीं जाणगे, सर्किट च नहीं आउणगे, अंदर ही रहणगे। पर हुण ये इन्ना ईजी नहीं है। मैं 2-3 मिनट दे विच ही हार्डली 5 मिनट तक जा सकदा, क्योंकि वैसे दी कोई एक्सप्लेनेशन दी कोई एंडिंग नहीं हुंदी, बट रिस्ट्रिक्टेड आ टाइम, इस करके आपां थोड़े चिर निबेड़ांगे। तो जिहड़े नैगेटिव इलैक्ट्रॉन्स ये मूव करते हैं तो इन्हां दा जिवें आपां देखण नूं लग रहा ना बड़ा सिमैट्रिकली भी स्मूथली जा रहे हैं। नो, एक्चुअल दे विच ये इलैक्ट्रॉन जिहड़े ने दे स्टार्ट मूविंग बिकॉज ये एक दूजे नूं रिपल्सिव फोर्स हुंदी है आपस च भी, है ना। तो वह रिपल्सिव फोर्स करके इन्हां दी डायरैक्शन जिहड़ी आ वो आर्बिट्रेरी हो जाती है, डिस्टर्ब हो जाती है। तो जो डायरैक्शन डिस्टर्ब होगी तो एक दूजे दे विच कोलिजन स्टार्ट हो जाते हैं। जिवें आपां कह दईए भी ट्रैफिक बहुत ज़्यादा गई, ठीक है, तो स्कूटर के उपर कोई शेर बनया जा रहा, इधर नूं मारदा कट, इधर नूं मारदा, ठीक है, पर किन्नी देर चले जाऊगा, राइट। 2-4 कट मार के मुड़ के आपदे कट पे होंदे ने, है ना, आई हुंदी आ। तो सेम सिचुएशन इन्हां नाल हुंदी आ। तो इलैक्ट्रॉन जिहड़े ने जदों मूव करते हैं तो उन्हां दे मूव करन दे नाल आपस 'ਚ ही उन्हां दे कोलिजन होने स्टार्ट हो जाते हैं। हुण जदों इलैक्ट्रॉन दी इनवॉल्वमेंट, हुण देखो उस स्टोरी ते चलदे आ, किसी भी इस तरह के फास्ट व्हीकल चलाने वाले नाल की होया, वो 2-3 कट जे मारे, अगे जाके बजया किस च डिग पिया। हुण वो तो चलो वह तो लॉस जो होना सी होया, उहदे नाल की होया, जिहड़ी पिछों आ रही ट्रैफिक आ डिस्टर्ब हुई, राइट, उन्होंने भी स्लो होना पिया होगा। जो उन्होंने स्लो होना पै गया तो उहदे नाल की आ, सारी ट्रैफिक पिछों जैम शुरू हो जाऊगा, राइट। द सेम सिचुएशन हेयर, जो इलैक्ट्रॉन एक दूजे नाल कोलाइड करते हैं तो कोलिजन दे करके वो अपना पाथ जिहड़ा पिछों आ रहे इलैक्ट्रॉन ने उन्होंने भी डिस्टर्ब कर देंगे ने। तो पूरी दी पूरी जी पिछों आ रही ट्रैफिक आ
ਉਹ ਸਲੋ ਡਾਊਨ ਹੋ ਜਾਂਦੀ ਆ। ਜਦੋਂ ਟ੍ਰੈਫਿਕ ਸਲੋ ਡਾਊਨ ਹੋ ਗਈ ਇਲੈਕਟ੍ਰੋਨਸ ਦੀ, ਤਾਂ ਉਹਦੇ ਨਾਲ ਜਿਹੜੀ ਇੱਧਰੋਂ ਜਾ ਰਹੀ ਐਨਰਜੀ ਆ, ਫੀਲਡ ਆ, ਪੋਜ਼ਿਟਿਵ ਫੀਲਡ, ਉਹ ਵੀ ਸਲੋ ਹੋ ਜਾਂਦੀ ਆ। ਠੀਕ ਹੈ, ਕਿਉਂਕਿ ਜਿੰਨੇ ਇਨਵੋਲਵਮੈਂਟ ਇਲੈਕਟ੍ਰੋਨ ਦੀ ਜ਼ਿਆਦਾ ਹੋਊਗੀ ਓਨਾ ਹੀ ਜ਼ਿਆਦਾ ਕਰੰਟ ਪ੍ਰੋਡਿਊਸ ਹੋਊਗਾ। ਇਸ ਕਰਕੇ ਕੰਡਕਟਰ ਦੇ ਅੰਦਰ ਇਲੈਕਟ੍ਰੋਨ ਦੇ ਕੋਲਿਜ਼ਨ ਕਰਕੇ ਜਿਹੜੀ ਆਬਸਟੈਕਲ ਕ੍ਰੀਏਟ ਹੋ ਗਈ, ਵੀ ਕਾਲਡ ਇਟ ਰੈਜ਼ਿਸਟੈਂਸ। ਠੀਕ ਹੈ, ਹੁਣ ਇਹ ਰੈਜ਼ਿਸਟੈਂਸ ਨੂੰ ਦੋ ਡਿਫਰੈਂਟ ਵੇ ਨਾਲ ਮੰਨਿਆ ਜਾਂਦਾ। ਇੱਕ ਤਾਂ ਇਹ ਆ ਵੀ ਇਹਦੇ ਵਿੱਚ ਕਰਕੇ ਲਾਸ ਹੁੰਦਾ ਜਿਵੇਂ ਹੁਣ ਹੋਇਆ। ਦੂਸਰਾ ਇਹ ਆ ਵੀ ਇਹ ਅਸੀਂ ਯੂਜ਼ ਵੀ ਕਰਦੇ ਹਾਂ। ਠੀਕ ਹੈ, ਸਰਕਿਟ ਦੇ ਵਿੱਚ ਰੈਜ਼ਿਸਟੈਂਸ ਨੂੰ ਅਸੀਂ ਯੂਜ਼ ਵੀ ਕਰਦੇ ਹਾਂ। ਉਹ ਚਲੋ ਅੱਗੇ ਹਾਇਰ ਕਲਾਸਿਸ ਦੀ ਗੱਲ ਆ, ਫਿਰ ਜਾ ਕੇ ਡਿਸਕਸ ਕਰਾਂਗੇ। ਪਰ ਰੈਜ਼ਿਸਟੈਂਸ ਕ੍ਰੀਏਟ ਹੋ ਗਈ, ਤਾਂ ਜਿਹੜੀ ਰੈਜ਼ਿਸਟੈਂਸ ਆ ਇੱਥੇ ਆਪਾਂ ਉਸ ਨੂੰ ਅੰਡਰਸਟੈਂਡ ਕੀਤਾ ਇੱਥੋਂ। ਤਾਂ ਇੱਥੋਂ ਓਮਸ ਲਾਅ ਦੇ ਵਿੱਚ ਜਿਹੜਾ ਸਿੰਬਲ ਸੀ, ਉਹ ਓਮਸ ਲਾਅ ਤੁਸੀਂ ਪੜ੍ਹਿਆ ਹੋਊਗਾ ਕੀ ਆ। ਤਾਂ ਓਮਸ ਲਾਅ ਦਾ ਜਿਹੜਾ ਸਿੰਬਲ ਆ, V ਡਾਇਰੈਕਟਲੀ ਪ੍ਰਪੋਰਸ਼ਨਲ ਟੂ I। ਤਾਂ V ਇਜ਼ ਦਾ ਪੋਟੈਂਸ਼ੀਅਲ ਜਿਹੜਾ ਇਸ ਬੈਟਰੀ ਨੇ ਦਿੱਤਾ। ਇਹਨਾਂ ਦੋਨਾਂ ਦੇ ਬਿਟਵੀਨ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ, ਦੈਟ ਇਜ਼ ਕਾਲਡ V ਅਗੇਨ। I ਜਿਹੜਾ ਇਹਨਾਂ 'ਚ ਕਰੰਟ ਪ੍ਰੋਡਿਊਸ ਹੋਇਆ, ਉਹ ਪ੍ਰਪੋਰਸ਼ਨਲ ਹੋਣਗੇ। ਪਰ ਇੱਥੇ ਓਮ ਲਾਅ ਦੀ ਕੰਡੀਸ਼ਨ ਆ, ਕਦੋਂ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਣਗੇ? ਜਦੋਂ ਤੱਕ ਟੈਂਪਰੇਚਰ ਕੌਂਸਟੈਂਟ ਰਹਿੰਦਾ। ਇਹ ਗੱਲ ਨੂੰ ਭੁੱਲਿਓ ਨਾ, ਟੈਂਪਰੇਚਰ ਕੌਂਸਟੈਂਟ ਆ ਜਦੋਂ ਤੱਕ, ਤਦ ਤੱਕ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਹੋਊਗਾ। ਜਦੋਂ ਇਹ ਟੈਂਪਰੇਚਰ ਕੌਂਸਟੈਂਟ ਨਹੀਂ ਹੁੰਦਾ ਤਾਂ V ਇਜ਼ ਨਾਟ ਡਾਇਰੈਕਟਲੀ ਪ੍ਰਪੋਰਸ਼ਨਲ ਟੂ I। ਤਾਂ ਇਸ ਕਰਕੇ ਥੋੜ੍ਹੇ ਟਾਈਮ ਲਈ, ਸਮੋਲ ਇੰਟਰਵਲ ਲਈ ਹੀ ਇਹ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਹੋਊਗਾ। ਅਦਰਵਾਈਜ਼ ਇਹ ਸਟ੍ਰੇਟਲੀ ਡਾਇਰੈਕਟਲੀ ਪ੍ਰਪੋਰਸ਼ਨਲ ਨਹੀਂ ਹੋਣਗੇ। ਤਾਂ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਦਾ ਜੇ ਆਪਾਂ ਗ੍ਰਾਫ ਵੀ ਡਿਸਕਸ ਕਰੀਏ ਤਾਂ ਇੱਥੇ ਪਹਿਲਾਂ ਤਾਂ ਇਸ ਤਰ੍ਹਾਂ ਚੱਲਦਾ। ਮੈਂ ਇੱਧਰ V ਲਿਖ ਲੈਣਾ, ਇੱਧਰ I। ਠੀਕ ਹੈ, ਤਾਂ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I। ਤਾਂ ਪ੍ਰੈਡਿਕਟੇਬਲ ਤਾਂ ਇਹ ਆ ਓਮਸ ਲਾਅ ਦੇ ਅਕੋਰਡਿੰਗ ਵੀ ਗ੍ਰਾਫ ਸਟ੍ਰੇਟ ਲਾਈਨ ਜਾਣਾ ਚਾਹੀਦਾ, ਕਿਉਂਕਿ ਡਾਇਰੈਕਟਲੀ ਪ੍ਰਪੋਰਸ਼ਨਲ ਆ। ਸੋ ਪੋਟੈਂਸ਼ੀਅਲ ਡਾਇਰੈਕਟਲੀ ਪ੍ਰਪੋਰਸ਼ਨਲ ਦੀ ਜੇ ਆਪਾਂ ਹਟਾ ਦਈਏ ਤਾਂ ਇੱਕ ਕੌਂਸਟੈਂਟ ਲੱਗਦਾ ਉਰੇ R। ਕਿਉਂ? ਬਿਕੋਜ਼ ਇਹਨੇ ਸਾਰਾ ਪੰਗਾ ਪਾਇਆ। ਠੀਕ ਹੈ, ਉਹ ਪੰਗਾ ਇੱਥੋਂ ਸ਼ੁਰੂ, ਮੈਂ ਦੱਸਦਾ ਗ੍ਰਾਫ ਦੇ ਵਿੱਚ ਸ਼ੁਰੂ ਹੋਊਗਾ। ਪਰ ਰੈਜ਼ਿਸਟੈਂਸ R ਇਜ਼ ਕਾਲਡ ਰੈਜ਼ਿਸਟੈਂਸ, ਤੇ ਜਿਹਦੀ ਵੈਲਿਊ ਹੋਊਗੀ V ਅਪੋਨ I। ਤਾਂ ਜਿਹੜਾ ਹੁਣ ਇਹ ਪ੍ਰੋਬਲਮ ਕ੍ਰੀਏਟ ਹੋਈ ਆ, ਤਾਂ ਹੋਣਾ ਤਾਂ ਇਹ ਚਾਹੀਦਾ ਵੀ ਇਹ ਸਟ੍ਰੇਟ ਜਾਣਾ ਚਾਹੀਦਾ, ਹੈ ਨਾ, ਵੀ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਆ। ਬਟ ਆਫਟਰ ਸਮ ਟਾਈਮ ਕੀ ਹੁੰਦਾ ਗਾ, ਜਿਹੜਾ ਇਹ ਪੋਟੈਂਸ਼ੀਅਲ ਆ ਉਹ ਤਾਂ ਤੁਸੀਂ ਅਪਲਾਈ ਕਰੀ ਜਾਂਦੇ ਹੋ, ਪਰ ਕਰੰਟ ਓਨਾ ਪ੍ਰੋਡਿਊਸ ਹੋਣਾ ਬੰਦ ਹੋ ਜਾਂਦਾ। ਯਾਦ ਕਰੋ ਟ੍ਰੈਫਿਕ ਜੈਮ। ਠੀਕ ਹੈ, ਤੁਸੀਂ ਤਾਂ ਪਿੱਛੋਂ ਤਾਂ ਪੁਸ਼ ਕਰ ਰਹੀ ਆ, ਸੜਕ ਤਾਂ ਉਵੇਂ ਚੱਲ ਰਹੀ ਆ ਵੀ ਜਾ ਰਹੀ ਹੈ ਅੱਗੇ ਟ੍ਰੈਫਿਕ, ਪਰ ਜਿਵੇਂ ਜਿਵੇਂ ਆਪਾਂ ਅੱਗੇ ਜਾ ਰਹੇ ਹਾਂ ਦੇਖ ਰਹੇ ਹਾਂ ਇਕੱਠ ਹੋ ਰਿਹਾ, ਵੱਧ ਰਿਹਾ ਰਸ਼, ਦੈਟ ਮੀਨਸ ਉੱਥੇ ਜਾ ਕੇ ਪਤਾ ਲੱਗਦਾ ਬਲੋਕੇਜ ਆ। ਤਾਂ ਸੇਮ ਤਾਂ V ਤੁਸੀਂ ਇਨਕਰੀਜ਼ ਕਰ ਰਹੇ ਹੋ, ਪਰ I ਉਸੇ ਵੇ ਨਾਲ ਇਨਕਰੀਜ਼ ਨਹੀਂ ਹੋ ਰਿਹਾ। ਤਾਂ ਇੱਥੇ ਇਹ ਲਿਮਿਟੇਸ਼ਨ ਆ ਜਿਹੜੀ, ਉਹ ਇਹ ਦੱਸਦੀ ਆ ਕਿ ਓਮਸ ਲਾਅ ਹਮੇਸ਼ਾ ਲਈ ਸੈਟਿਸਫਾਈ ਨਹੀਂ ਹੁੰਦਾ, ਇਹ ਸਿਰਫ ਸ਼ਾਰਟ ਇੰਟਰਵਲ ਲਈ ਹੀ ਹੁੰਦਾ। ਕਿਉਂ? ਕਿਉਂਕਿ ਟੈਂਪਰੇਚਰ ਚੇਂਜ ਹੋ ਜਾਂਦਾ ਗਾ, ਕੋਲਿਜ਼ਨ ਦੇ ਕਰਕੇ ਟੈਂਪਰੇਚਰ ਚੇਂਜ ਹੋ ਜਾਂਦਾ। ਕੋਲਿਜ਼ਨ ਦੇ ਕਰਕੇ ਕਾਈਨੈਟਿਕ ਐਨਰਜੀ ਦਾ ਲਾਸ ਹੋ ਜਾਂਦਾ ਗਾ, ਜਿਹਦੇ ਕਰਕੇ ਹੀਟ ਪ੍ਰੋਡਿਊਸ ਹੁੰਦੀ ਆ, ਅਤੇ ਉਹ ਹੀਟ ਜਿਹੜੀ ਆ ਦੈਟ ਰੇਜ਼ ਦਾ ਟੈਂਪਰੇਚਰ। ਜਦੋਂ ਵਾਇਰ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ ਗਾ, ਉਹਦੇ ਕਰਕੇ ਕਰੰਟ ਉਹਨਾਂ ਪ੍ਰੋਡਿਊਸ ਨਹੀਂ ਹੁੰਦਾ, ਤਾਂ V ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਨਹੀਂ ਰਹਿੰਦਾ, ਓਮਸ ਲਾਅ ਉੱਥੇ ਸੈਟਿਸਫਾਈ ਨਹੀਂ ਹੁੰਦਾ। ਠੀਕ ਹੈ ਜੀ, ਤਾਂ ਇਸ ਗੱਲ ਦੇ ਬਾਰੇ ਵੀ ਤੁਸੀਂ ਆਪਣਾ ਚੰਗੀ ਤਰ੍ਹਾਂ ਸਮਝ ਲੈਣਾ ਇਸ ਚੀਜ਼ ਨੂੰ। ਠੀਕ ਹੈ, ਓਕੇ। ਹੁਣ ਨੈਕਸਟ ਟੌਪਿਕ ਹੈਗਾ ਫੈਕਟਰਸ ਔਨ ਵਿਚ ਰੈਜ਼ਿਸਟੈਂਸ ਡਿਪੈਂਡਸ ਅਪੋਨ। ਹੁਣ ਆਪਾਂ ਨੂਮੈਰੀਕਲ ਵੱਲ ਵਧਾਂਗੇ। ਤਾਂ ਰੈਜ਼ਿਸਟੈਂਸ ਜਿਹੜੀ ਆ ਉਹ ਫਿਜ਼ੀਕਲੀ ਦੋ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ। ਫਿਜ਼ੀਕਲੀ ਮਤਲਬ ਅੱਖਾਂ ਨਾਲ ਦੇਖਣ ਵਾਲੇ ਜਿਹੜੇ ਦੋ ਫੈਕਟਰ ਨੇ, ਕਿਹੜੇ ਕਿਹੜੇ ਹੋਣਗੇ? ਲੈਂਥ ਆਫ ਦਾ ਵਾਇਰ ਐਂਡ ਏਰੀਆ ਆਫ ਕ੍ਰਾਸ ਸੈਕਸ਼ਨ। ਤਾਂ ਲੈਂਥ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ ਐਂਡ ਏਰੀਆ ਆਫ ਕ੍ਰਾਸ ਸੈਕਸ਼ਨ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਇਹਨੂੰ ਟ੍ਰੈਫਿਕ ਨਾਲ ਹੀ ਸਮਝੋ ਸੇਮ। ਜਿੰਨਾ ਰੋਡ ਲੰਬਾ ਹੋਊਗਾ ਓਨਾ ਹੀ ਜ਼ਿਆਦਾ ਟ੍ਰੈਫਿਕ ਦੇ ਚਾਂਸ ਵਧਣਗੇ। ਬੜੀ ਸਿੰਪਲ ਜੀ ਗੱਲ ਆ। ਦੂਸਰੀ ਗੱਲ ਏਰੀਆ, ਰੋਡ ਜਿੰਨਾ ਥਿਨ ਹੋਊਗਾ ਰਾਈਟ, ਓਨਾ ਹੀ ਟ੍ਰੈਫਿਕ ਵੱਧ ਲੱਗੂਗਾ। ਤੁਸੀਂ ਦੇਖ ਲਓ ਜੇ ਸਟਰੀਟ ਜਿਹੜੀ ਆ, ਜੇ ਉਹ ਲੈਟਸ ਸੇ 80-100 ਫੀਟ ਆ, ਜਿਵੇਂ ਆਪਾਂ ਹਾਈਵੇ 'ਤੇ ਜਾਂਦੇ ਹਾਂ ਤਾਂ ਉੱਥੇ ਉਹੀ ਕਾਰਾਂ ਦੀ ਟ੍ਰੈਫਿਕ ਜਿਹੜੀ ਆ ਸਾਨੂੰ ਘੱਟ ਲੱਗਦੀ ਆ। ਉਹੀ ਕਾਰਾਂ ਦੀ ਜਿਹੜੀ ਨੰਬਰਸ ਨੇ, ਜੇ ਉਹ ਲੋਕਲ ਸਿਟੀ 'ਚ ਆ ਜਾਣ, ਬਾਜ਼ਾਰ 'ਚ ਆ ਜਾਣ,
मेरा ख्याल नहीं मूव करनगे, राइट। तो इस तरह दोनों ये फैक्टर्स भी उस तरह ने। रजिस्टेंस डायरैक्टली प्रोपोर्शनल होगी लेंथ दे, इनवर्सली प्रोपोर्शनल होगी एरिया दे। तो तीसरा जिहड़ा फैक्टर आ वो मटीरियल, जिन्हों असीं रो नाल डिनोट करते हैं, तो रो इज़ कॉल्ड रजिस्टिविटी। ठीक है, तो रजिस्टिविटी की आ, रजिस्टिविटी इज़ नॉट द रजिस्टेंस, रजिस्टिविटी इज़ द मटीरियल्स प्रॉपर्टी, भी वो मटीरियल किस तरह का, मैटल आ, अलॉय आ, ठीक है, ਜਾਂ नॉन मैटल आ की आ, क्योंकि उस दे अकॉर्डिंग ही वो रजिस्टेंस जी अगे चलूगी। तो रजिस्टिविटी बिलोंग्स टू मटीरियल, ठीक है। तो मटीरियल ते डिपेंड करती है, मैं इत्थे लिख भी देना मटीरियल, ओके। तो ये फैक्टर ने जिहड़े रजिस्टेंस दे देखण नूं सानूं दिखण नूं लगदे ने कि मटीरियल भी देख के आपां पछाण लांगे, ठीक है, लेंथ भी देख के पता लग जू, एरिया भी देख के पता लग जूगा। अगे दो फैक्टर होर भी ने, मैं वो डिस्कस करूँगा बाद चों, पर ये नाल दे क्वेश्चन बड़े सिंपल ने। हुण क्वेश्चन की आ, सपोज करो तुहानूं कोई कहंदा भी मेरे कोल एक वायर आ, ਉਹਦੀ ਲੈਂਥ L ਆ, एरिया A आ, मैं उन्होंने स्ट्रैच करता। हुण स्ट्रैच जो आप करांगे उन्होंने, तो लैट्स से उन्हें कहता भी स्ट्रैच करके टू डबल ऑफ इट्स लेंथ, तो इत्थे यह गल लिखनी जरूरी सी लेंथ नाल, तो स्ट्रैच टू डबल ऑफ इट्स लेंथ, तो आप उन्होंने स्ट्रैच करता डबल लेंथ करती, तो बड़ी सिंपल जी गल आ भी वो जी होंदी लेंथ होगी दैट वुड बी 2L। हुणे देखो वॉल्यूम डज नॉट चेंज, है ना, मैथ दे विच करदे हो तुसीं, मटीरियल जिहड़े जो भी हुंदे शेप चेंज कर दिंदे हो बट वॉल्यूम सेम रहिंदा। सफीयर दा सिलेंडर बना लैंदे हो, सिलेंडर दा सफीयर बना लैंदे हो, हैमीस्फीयर बना लैंदे हो, बट वॉल्यूम डज नॉट चेंज, है ना, सेम इत्थे आ। तो जे लेंथ तुसीं डबल करती तो एरिया तो नहीं सेम रहूगा, बिकॉज वॉल्यूम मस्ट बी सेम। तो इस करके पहला वॉल्यूम की सीगा A टाइम्स L, तो हुण भी वॉल्यूम की रहना चाहिए A टाइम्स L। तो जे हुण A टाइम्स L करना दैट मीनस 2L इज़ द लेंथ, तो एरिया शुड बी A/2, सिंपल जी गल सी। तो एरिया A/2 होना चाहिए, ता ही जाके AL बनूगा। सो इसका मतलब ये हो गया भी वायर जी आ वो पहला नालों थिन हो जूगी, सो दा एरिया हो गया A/2। हुण तुहानूं पुछदा गा भी दसो रजिस्टेंस ते की फर्क पिया, तो जी पहला दी रजिस्टेंस आ वो तुसीं आह मान ली रो L/A, तो आपां इत्थे मटीरियल कोई चेंज नहीं किया, सिर्फ वो फिजिकल डायमेंशन चेंज कीतियां ने, कन्फिगरेशन चेंज की आ, ठीक है। दूसरा R डैश दैट इज़ रो, अगेन मटीरियल सेम, L' A डैश, न्यू लेंथ ते न्यू एरिया हो गया। तो रो L डैश कितना हो गया, हम तुम देखो 2L, A डैश A कितना हो गया, एरिया इज A/2, राइट। तो यदा मतलब कितना आ गया 2 × 2 4 रो L/A, तो R डैश हूँ देखो रो L/A इज R, तो यदा मतलब R डैश कितना आ गया अपने कोल, दैट इज़ 4 टाइम्स R। तो रजिस्टेंस जी आ वो 4 टाइम्स होगी, ठीक है। इत्थे जिहड़ा ऐड करदा मैं अगला क्वेश्चन नाल, इफ डायमीटर इज गिवन, जे यही क्वेश्चन इंस्टेड ऑफ एरिया डायमीटर ਜਾਂ रेडियस ਹੁੰਦਾ, तो तुसीं देखो एरिया नूं मैं जे लिखना, मैं तुहानूं पहले ही दस्सिया सी स्टार्टिंग च πr² होगा क्रॉस सैक्शन एरिया गा, राइट, सिलेंडर का πr नूं आपां रेडियस की लिखांगे D/2 स्क्वायर, सो दैट वुड बी πd²/4। सो ये प्रीवियस एरिया होगा वह जे डायमीटर इनवॉल्व किया उन्होंने, तो तुसीं ये एरिया πd²/4 रखना गा। जे हुण तुहानूं कहंदा भी डायमीटर वह 1/4 हो गया ਜਾਂ डायमीटर हाफ हो गया, तो तुसीं डायमीटर वाले फॉर्मूले च ही वैल्यू पुट करनी आ, होर किते नहीं, ठीक है। मैनूं तुसीं रिस्पॉन्स दसना गा अपना किवें लग्गिया तुहानूं। मैं हुण इहदा सैकेंड वीडियो लैके तुहाडे कोल दोबारा
जल्दी मतलब हाज़र होऊंगा। पर मैनू ये सीगा भी एक बार मैं तुहानूं जरूर अपडेट करदा कि मैं प्लान कर रहा ऑलरेडी, ठीक है। हुण ये तां सीगा बेसिक जिहा आपां डिस्कस कीता जो भी, पर यह हैगा नैक्सट जिहड़ा लैक्चर है इहदे विच अपना जिहड़ा सैकेंड पार्ट होगा करंट इलैक्ट्रिसिटी दा अपने कोल क्लास 10 लई, तां उहदे विच असीं यही डिस्कस करांगे कि NTSC दे विच क्वेश्चन किस तरह दे हुंदे ने, क्योंकि यह चैप्टर जिहड़ा गा इहनूं एक दिन होर लगना। फिर उस तो बाद न्यूमेरिकल प्रॉब्लम डिस्कस करने लई एक मैं होर लैक्चर पाऊँगा। तो 3 लैक्चर दे विच मेरा प्लान आ भी मैं 3 वीडियोज़ दे विच एक कंसैप्ट जिहड़ा तुहाडे कोल रखदा, ते तुसीं मैं अगेन कहना WhatsApp दे उपर मैनूं 9876632512 दे उपर जरूर दसना गा जिहड़े क्वेश्चन दे डाउट होए, ते कमेंट सैक्शन ते जाके ये जरूर दस दिओ भी तुहानूं यह लैक्चर की समझ लगी या नहीं लगी, ठीक है। होपफुली लगी होगी, बट स्टिल मेरे लिए मोटिवेशन यह आ, इनू शेयर कर दिओ वध तो वध ताकि सारे बच्चों को पता लगे ग्रेड 10 दे विच 10th क्लास दे विच कि R&R इंस्टीट्यूट ने दोबारा क्लास ये स्टार्ट करती है। तो मैं ये फिजिक्स के जिन्ने भी चैप्टर ने वो सारे तुहानूं जल्दी ही लेटेस्ट नाल अपडेट करता रहूँगा भी किहड़ा टॉपिक आपां पा रहे हैं किहड़ा नहीं। इस करके चैनल नूं सबसक्राइब कर लिओ, बैल आइकन दा बटन दब लिओ ताकि तुहाडे कोल अपडेट आ जाए थ्रू ईमेल जां जिहड़ा यूट्यूब अकाउंट आ उहदे विच नोटिफिकेशन आ जाए कि वीडियो नवीं आ गई आ, ठीक है। तो ये जरूरी सीगा बेटे, इस करके तुहाडे नाल डिस्कस कीता गा। बाकी मिलदे हैं फिर ना नैक्सट टॉपिक दे लई पार्ट 2। पर तुसीं मैनूं 2 दिनां च 1-2 दिनां च जरूर दस दो भी तुहाडे कोल ये लैक्चर जदों पहुंचिया तुसीं देखिया ते तुहानूं समझ लगी तो मैनूं रिस्पॉन्स दिओ, ओके।